ਨਿਆਜ਼ੀ ਦੇ ਇਕਤਦਾਰ ਦੇ ਆਖਰੀ ਚੰਦ ਦਿਨ। ਗੱਲ ਬੜੀ ਸੁਣਨ ਵਾਲੀ ਹੈ। ਜਿਵੇਂ ਜਿਵੇਂ ਦਿਨ ਕਰੀਬ ਆ ਰਹੇ ਨੇ, ਜਿਵੇਂ ਜਿਵੇਂ ਨਿਆਜ਼ੀ ਦਾ ਇਕਤਦਾਰ ਜਿਹੜਾ, ਨਿਆਜ਼ੀ ਦੀ ਕੁਰਸੀ ਜਿਹੜੀ ਹੈ ਉਹ ਸਿਰਕ ਰਹੀ ਹੈ, ਉਹ ਪਿੱਛੇ ਹਟ ਰਹੀ ਹੈ ਔਰ ਨਿਆਜ਼ੀ ਨੂੰ ਕਹਿ ਰਹੀ ਹੈ ਕਿ ਤੂੰ ਹੁਣ ਮੇਰੇ ਤੋਂ ਥੋੜਾ ਥੋੜਾ ਦੂਰ ਹੁੰਦਾ ਜਾ। ਜਿਵੇਂ ਜਿਵੇਂ ਦਿਨ ਕਰੀਬ ਆ ਰਹੇ ਨੇ ਉਵੇਂ ਉਵੇਂ ਨਿਆਜ਼ੀ ਜਿਹੜਾ ਉਹਦੀ ਕੀ ਹਾਲਤ ਹੋ ਰਹੀ ਹੈ। ਔਰ ਅਗਲੇ ਜਿਹੜੇ 2 ਹਫ਼ਤੇ ਨੇ, ਯਾਨੀ ਕਿ 31 ਮਾਰਚ ਤੱਕ, ਇਹ ਨਿਆਜ਼ੀ ਕੀ ਕਰ ਸਕਦਾ ਪਾਕਿਸਤਾਨ ਦੇ ਖਿਲਾਫ, ਹੋਰ ਕੀ ਕੁਝ ਕਰ ਸਕਦਾ। ਕੀ ਰਿਪੋਰਟਾਂ ਆ ਰਹੀਆਂ ਏਜੰਸੀਆਂ ਦੀਆਂ ਔਰ ਅਦਾਰੇ ਕੀ ਕਹਿ ਰਹੇ ਨੇ ਕਿ ਇਹ ਕੀ ਵਿਗਾੜ ਜਿਹੜਾ ਹੋਰ ਪੈਦਾ ਕਰ ਸਕਦਾ ਪਾਕਿਸਤਾਨ ਦੇ ਵਿੱਚ ਅਗਲੇ 2 ਹਫ਼ਤਿਆਂ ਦੇ ਵਿੱਚ, ਯਾਨੀ ਕਿ 31 ਮਾਰਚ ਤੱਕ। ਕਾਫੀ ਚੀਜ਼ਾਂ ਨੇ ਜਿਨ੍ਹਾਂ ਤੇ ਅਸੀਂ ਗੁਫ਼ਤਗੂ ਕਰ ਸਕਨੇ ਆ ਕਿ ਇਹ ਜਿਹੜਾ ਭਿਆਨਕ ਆਦਮੀ ਆ, ਇਹ ਜਿਹੜਾ 2 ਨੰਬਰਾ, ਇਹ ਜਿਹੜਾ ਇਕਤਦਾਰ ਦਾ ਪੁਜਾਰੀ ਹੈ, ਇਹ ਜਿਹੜਾ ਕੁਰਸੀ ਨੂੰ ਬਚਾਉਣ ਵਾਸਤੇ, ਇਹਦੇ ਕੀ ਪਲਾਨ ਹੋਣਗੇ ਅਗਲੇ 2 ਹਫ਼ਤੇ। ਇਹ ਰਿਪੋਰਟਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੇ ਆ ਕਿ ਇਹ ਕੀ ਕਰ ਸਕਦਾ ਹੈ ਔਰ ਪਾਕਿਸਤਾਨ ਵਾਸਤੇ ਕਿੰਨਾ ਕੁ ਖਤਰਨਾਕ ਜਿਹੜਾ ਇਹ ਅਗਲੇ 2-2.5 ਹਫ਼ਤੇ ਹੋ ਸਕਦਾ ਹੈ ਅਗਰ ਇਹਨੂੰ ਸ਼ਟ ਅਪ ਕਾਲ ਉਧਰੋਂ ਅਦਾਰਿਆਂ ਵੱਲੋਂ ਨਾ ਦਿੱਤੀ ਗਈ। ਜਿਹੜੇ ਪਾਕਿਸਤਾਨ ਦੇ ਅਦਾਰੇ ਨੇ ਉਹਨਾਂ ਵੱਲੋਂ ਅਗਰ ਇਹਨੂੰ ਸ਼ਟ ਅਪ ਕਾਲ ਨਾ ਦਿੱਤੀ ਗਈ ਤੇ ਇਹ ਕਿਸ ਤਰ੍ਹਾਂ ਮਤਲਬ ਹੈ ਭਿਆਨਕ ਹੋ ਕੇ ਤੇ ਪਾਕਿਸਤਾਨ ਨੂੰ ਕਿੰਨਾ ਕੁ ਹੋਰ ਨੁਕਸਾਨ ਜਿਹੜਾ ਉਹ ਪਹੁੰਚਾ ਸਕਦਾ। ਮਤਲਬ ਤੁਸੀਂ ਵੇਖੋ ਨਾ ਵੀ ਜਾਂਦਿਆਂ ਜਾਂਦਿਆਂ ਰਸ਼ੀਆ ਜਾ ਕੇ ਤੇ ਪਾਕਿਸਤਾਨ ਨੂੰ ਪੂਰੀ ਦੁਨੀਆ ਦੇ ਤਨਹਾ ਕਰ ਦਿੱਤਾ, ਪਾਕਿਸਤਾਨ ਨੂੰ ਪੂਰੀ ਦੁਨੀਆ ਤੋਂ ਕੱਟ ਆਫ ਕਰਵਾ ਦਿੱਤਾ। ਹੁਣ ਪਾਕਿਸਤਾਨ ਦਾ ਜਿਹੜਾ ਵਜ਼ਾਰਤ ਖਾਰਜਾ ਜਾਂ ਖਾਰਜਾ ਆਫਿਸ ਆ ਉਹ ਦੂਸਰੇ ਮੁਲਕਾਂ ਨੂੰ ਆਪਣੀਆਂ ਉਹ ਵਜ਼ਾਰਤਾਂ ਦਿੰਦਾ ਫਿਰਦਾ ਕਿ ਜੀ ਸਾਨੂੰ ਤੇ ਪਤਾ ਹੀ ਨਹੀਂ ਸੀ ਇਹ ਕਦੋਂ ਗਿਆ ਤੇ ਕਦੋਂ ਆਇਆ, ਨਾ ਸਾਨੂੰ ਕੋਈ ਦਾਵਤ ਸੀ, ਨਾ ਕੋਈ ਗੱਲ ਸੀ, ਨਾ ਕੋਈ ਬਾਤ ਸੀ। ਇਹਨੂੰ ਕੋਈ ਉਸ਼ਕਲ ਆਇਆ ਸੀ ਔਰ ਪਾਕਿਸਤਾਨ ਦੇ ਜਿਹੜੇ ਅਦਾਰੇ ਨੇ ਉਹ ਵੀ ਇਹੀ ਕਹਿ ਰਹੇ ਨੇ ਕਿ ਜੀ ਇਹ ਸਾਡੀ ਇਜਾਜ਼ਤ ਨਾਲ ਜਾਂ ਸਾਨੂੰ ਪੁੱਛ ਕੇ ਨਹੀਂ ਗਿਆ, ਇਹ ਆਪ ਹੀ ਗਿਆ, ਸਾਨੂੰ ਨਹੀਂ ਪਤਾ ਉੱਥੇ ਕਿਸ ਕੰਮ ਗਿਆ। ਲਿਹਾਜ਼ਾ ਪਾਕਿਸਤਾਨ ਨੂੰ ਇਹਦੇ ਨਾਲ ਨਾ ਜੋੜਿਆ ਜਾਏ। ਇਹ ਨਾ ਹੀ ਕੋਈ ਅਫੀਸ਼ੀਅਲ ਵਿਜ਼ਿਟ ਸੀ, ਨਾ ਹੀ ਕੋਈ ਅਫੀਸ਼ੀਅਲ ਇਹਦਾ ਕੋਈ ਚੱਕਰ ਸੀ। ਪਾਕਿਸਤਾਨ ਨਾਲ ਇਸ ਨਿਆਜ਼ੀ ਦਾ ਜਿਹੜਾ ਰੂਸ ਦਾ ਦੌਰਾ ਹੈ ਇਹਨੂੰ ਪਾਕਿਸਤਾਨ ਦੇ ਨਾਲ ਮਿਕਸ ਅਪ ਨਾ ਕੀਤਾ ਜਾਏ। ਇਹ ਇਹਦਾ ਆਪਣਾ ਕੋਈ ਜ਼ਾਤੀ ਸਿਸਟਮ ਸੀ, ਸਾਨੂੰ ਇਹਦੇ 'ਚ ਨਾ ਤੁਸੀਂ ਰਗੇਦੋ। ਸਾਡੀ 24 ਕਰੋੜ ਆਵਾਮ ਤੇ ਪਾਬੰਦੀਆਂ ਨਾ ਲਾਇਆ ਜੇ। ਸਾਡੇ ਨਾਲ ਤੁਸੀਂ ਜਿਹੜਾ ਨਾ ਬਿਲਕੁਲ ਇਹਦੀ ਵਜ੍ਹਾ ਤੋਂ ਨਾ ਵਿਗਾੜੋ, ਕਿਉਂਕਿ ਇਹਦਾ ਪਾਕਿਸਤਾਨ ਨਾਲ ਕੋਈ ਤਲਕ ਨਹੀਂ। ਇਹ ਸਾਰਿਆਂ ਅਦਾਰਿਆਂ ਨੇ ਯੂਰਪੀ ਯੂਨੀਅਨ ਔਰ ਅਮਰੀਕਾ ਨੂੰ ਵਜ਼ਾਹਤਾਂ ਕੀਤੀਆਂ ਜੀ ਇਹ ਪਾਗਲ ਹੈ, ਸਾਨੂੰ ਨਹੀਂ ਪਤਾ ਇਹ ਕਿਉਂ ਗਿਆ, ਇਹ ਸਾਡੇ ਨਾਲ ਕੋਈ ਤਲਕ ਨਹੀਂ। ਮਤਲਬ ਜਾਂਦਿਆਂ ਜਾਂਦਿਆਂ ਜਦੋਂ ਇਹਨੂੰ ਪਤਾ ਲੱਗਾ ਨਾ ਕਿ ਮੇਰੀ ਠੁੱਕ ਗਈ ਹੈ, ਇਹਨੇ ਕਿਹਾ ਮੈਂ ਹੋਰ ਠੋਕ ਕੇ ਆਵਾਂ। ਇੰਨੀ ਕੁ ਮੁਸ਼ਕਲਾਤ ਪੈਦਾ ਕਰਦਿਆਂ ਕਿ ਪਾਕਿਸਤਾਨ ਤੇ ਪਾਬੰਦੀਆਂ ਲੱਗ ਜਾਣ ਹਰ ਤਰਫ। ਪਾਕਿਸਤਾਨ ਤੇ ਜਿਹੜੀ ਸਾਡੀ ਤਜਾਰਤ ਆ ਉਹਦੀ ਰਸਾਈ ਯੂਰਪ ਵਿੱਚ ਬੰਦ ਹੋ ਜਾਏ, ਅਮਰੀਕਾ 'ਚ ਉਹਦੀ ਰਸਾਈ ਬੰਦ ਹੋ ਜਾਏ, ਇੰਪੋਰਟ ਐਕਸਪੋਰਟ ਬੰਦ ਹੋ ਜਾਏ, ਕਾਰੋਬਾਰ ਬੰਦ ਹੋ ਜਾਣ। ਉਸ ਤੋਂ ਬਾਅਦ ਜਿਹੜੀਆਂ ਲੈਣੀਆਂ ਦੇਣੀਆਂ ਨੇ ਲੋਕਾਂ ਦੀਆਂ ਉਹ ਬੰਦ ਹੋ ਜਾਣ, ਬੈਂਕਿੰਗ ਸਿਸਟਮ ਤੇ ਪਾਬੰਦੀ ਲੱਗ ਜਾਏ। ਇਸ ਵਾਸਤੇ ਇਹ ਰਸ਼ੀਆ ਗਿਆ ਸੀ ਕਿ ਮੈਂ ਮੁਲਕ ਨੂੰ ਆਪਣੇ ਆਖਰੀ ਦਿਨਾਂ ਦੇ ਵਿੱਚ ਇੰਨਾ ਕੁ ਗਰਕ ਕਰ ਜਾ, ਇੰਨਾ ਕੁ ਤਬਾਹ ਬਰਬਾਦ ਕਰ ਦਿਆਂ ਕਿ ਨਿਜ਼ਾਮੇ ਜ਼ਿੰਦਗੀ ਜਿਹੜਾ ਸਾਡਾ ਇਹ ਯੂਰਪ ਨਾਲ ਜਾਂ ਅਮਰੀਕਾ ਦੇ ਨਾਲ ਜਿਹੜਾ ਸਾਡਾ ਤਜਾਰਤ ਹੈ ਉਹਦਾ ਜਿਹੜਾ ਸਾਰਾ ਸਿਸਟਮ ਹੈ ਉਹ ਖਤਮ ਹੋ ਜਾਏ ਔਰ ਜਲਦ ਅਜ ਜਲਦ ਪਾਕਿਸਤਾਨ ਤੇ ਵੀ ਰਸ਼ੀਆ ਵਾਲੀਆਂ ਪਾਬੰਦੀਆਂ ਲੱਗ ਜਾਣ। ਇਸ ਕੰਮ ਵਾਸਤੇ ਉੱਥੇ ਹੋ ਗਿਆ ਸੀ। ਅੱਛਾ, ਅਗਰ ਮੈਂ ਨਹੀਂ ਤੇ ਮੈਂ ਸਾਰਾ ਕੁਝ ਹੀ ਖਤਮ ਕਰਕੇ ਜਾਵਾਂਗਾ। ਇਹ ਉਹਦੀ ਸ਼ੁਰੂਆਤ ਸੀ। ਹੋਰ ਇਹ ਅੱਗੇ ਅੱਗੇ ਕੀ ਕਰ ਸਕਦਾ ਪਾਕਿਸਤਾਨ ਤੇ? ਹੰਗਾਮੇ ਬਰਪਾ ਕਰ ਸਕਦਾ। ਮਤਲਬ ਹੰਗਾਮੇ ਕਿਸ ਤਰ੍ਹਾਂ ਬਰਪਾ ਕਰ ਸਕਦਾ ਕਿ ਡੀ ਚੌਕ ਦੇ ਵਿੱਚ ਉਹੀ ਰੰਡੀਆਂ ਦੇ ਵਿੱਚੋਂ ਨਿਕਲੇ ਚੂਜ਼ੇ, ਅੰਡੇ, ਉਹਨਾਂ ਦੇ ਚੂਜ਼ੇ, ਉਹਨਾਂ ਨੂੰ ਲਿਆ ਕੇ ਉੱਥੇ 2-4 ਹਜ਼ਾਰ ਨੂੰ ਲਿਆ ਕੇ ਸੁਪਰੀਮ ਕੋਰਟ ਤੇ ਦੁਬਾਰਾ ਹਮਲਾ ਕਰਵਾ ਸਕਦਾ ਹੈ, ਪਾਰਲੀਮੈਂਟ ਤੇ ਹਮਲਾ ਕਰਵਾ ਸਕਦਾ ਹੈ, ਸੈਨੇਟ ਆਫ ਪਾਕਿਸਤਾਨ ਤੇ ਹਮਲਾ ਕਰਵਾ ਸਕਦਾ ਹੈ, ਉਸ ਤੋਂ ਬਾਅਦ ਇਸਲਾਮਾਬਾਦ ਹਾਈ ਕੋਰਟ ਤੇ ਕਰਵਾ ਸਕਦਾ ਹੈ, ਹੋਰ ਵੀ ਜਿਹੜੀਆਂ ਉੱਥੇ ਇਮਾਰਤਾਂ ਨੇ ਨੇੜੇ ਤੇੜੇ ਉਹਨਾਂ ਤੇ ਹਮਲਾ ਕਰਵਾ ਸਕਦਾ ਹੈ। ਕਿਉਂਕਿ ਉਹ ਆਂਦਾ ਕਿ ਮੈਂ ਪਾਕਿਸਤਾਨ ਨਾਲ ਮੇਰਾ ਕੋਈ ਤਲਕ ਨਹੀਂ, ਮੈਨੂੰ ਮੇਰੀ ਕੁਰਸੀ ਚਾਹੀਦੀ ਹੈ, ਮੇਰੀ ਕੁਰਸੀ ਨੂੰ ਨਾ ਛੇੜੋ।
मतलब अगे मैं तुहानूं कहा ना कि वफाकी वजीर ने उन्होंने कहा कि सर यह आईनी तरीका नहीं जो तुसीं कर रहे हो। उन्हें कहा मैं नहीं किसी आइन नूं मनदा, मेरी कुर्सी रहनी चाहिए, बाकी मुल्क भावें जिथे मर्जी जाए। ये वास्ते वो की होर कर सकता है, वो दोबारा धमकियां ला सकता है यूरोप नूं, किसी जलसे दे विच खलो के दोबारा धमकियां ला देगा कि मैं तुहानूं वेख लांगा, बंद कर दिओ साडे नाल तजारत, असीं तुहाडे नाल तजारत बंद कर देने आ, सानूं तुहाडी कोई लोड़ नहीं। ये कह सकदा, कह के ते ये पाकिस्तान ते पाबंदियां लवा सकदा। उस तो बाद ये अमरीका नूं धमकियां ला सकदा किसी जलसे च खड़ा होकर कि मैं तुहाडे नाल तलक खत्म करना, अज तो बाद तुहाडा मेरा कोई तलक नहीं, ये वो एक करके ते नवी मुश्किलात पाकिस्तान ते जिहड़ा ये तजारत ते सारे सिस्टम विच करवा सकदा, क्योंकि इन्हें कोई चीज नहीं छड्डनी। उस तो बाद ये की करेगा पाकिस्तान, जदों इलैक्शन कमीशन का फैसला जिहड़ा पिया फॉरन फंडिंग केस का, ਉਹਦਾ जो फैसला आंदा है इन उम्र कैद होनी है और यदि पार्टी ते बैन लगना है फॉरएवर, उन्होंने धमकी लाएगा मैं जला देंगा, साड़ देंगा, ये कर देंगा, वो कर देंगे। उस तो बाद जदों इन्हें 2-4 गंदा अंडा उत्थे डी चौक च लैके आना, उत्थे हंगामे होने ने, जहरी गल है पाकिस्तान की फौज ने आके हालात कंट्रोल करने ने, क्योंकि उन्होंने जिम्मेदारी है। ये फिर उन्होंने धमकियां लाएगा, उन्होंने गालम गलोच करेगा। ये कई वीडियोज पईयां ने पाक फौज के खिलाफ और जरनैलों के खिलाफ कि अगर 20,000 बंदा लै वो तो इन्हों का की गिला हो जाता है। वो वीडियो पईयां सारियां जाके वेख लो। और उस तो बाद ये गवर्नर राज ला सकता, पंजाब दे विच गवर्नर राज ला देगा, केपी दे विच ला देगा, सिंध च ला देगा, बलोचिस्तान च ला सकता, आइन नूं मुअत्तल कर सकता है जिवें मुशर्रफ ने किया सी। और उस तो बाद उहदे ते आर्टिकल 6 लगा सी और उस आर्टिकल 6 तो नस्सिया, उन्होंने सजाए मौत हुई है तकरीबन 10 दफा और वापस नहीं आ रहा। उन्होंने पता है कि आउंदियां नाल ही मैनूं उन्होंने फटे ते चाड़ देना। ये वो काम भी कर सकता कि ये एमरजेंसी ला के आप निकल जाए, लड़ाइयां झगड़े शुरू हो जाए, तशद्दद मार्केटां च बाजारां च सड़कों ते शुरू हो जाए, ये आप निकल जाए विचों। ये जिहड़े बाप ने जिहड़े इहनूं लै के आए ने बाहर दीयां ताकतां, जिहड़े इहनूं फंड देंदे ने फॉरन, वो इहनूं चुक के लै जाण। मतलब आखिरी दिनों के विच ये अगले जिहड़े 15, 16, 18 दिन ने 31 मार्च तक ये पाकिस्तान की बर्बादी वास्ते बड़ा कुछ कर सकता है, बड़े तबाहे ला सकता है। IMF नूं गालां कढ सकता कि मैं तुहानूं नहीं जानदा, तुसीं कौन हो, मैं तुहाडे पैसे नहीं वापस करने, उन्होंने रफड़ा पा लेगा। और कोई 1000 धंधे ने ये कर देगा, कोई बकवासियात शुरू कर देगा किसी होर दे मुल्क दे बारे, किसी मतलब कोई ना कोई एक ऐसा गंद फैला के जाएगा। पाकिस्तान के अदारे तो इस तबाह कर ही दिते रहना जी, ये कोई दो राय नहीं। हुण इहदी जिहड़ी आखिरी खेड अगले 12-14 दिन जिहड़ा इकतदार इहदा रह गया, उहदे विच ये सारियां चीज़ां ये कर सकदा है। क्यों? वो समझदा कि जो मैं चला जाऊंगा उस तो बाद जिन्हां ने आना है वो अगले 20 साल ये भुगतते रहन जो मैं ये हरकतों सकनात करके जावांगा इथों। वो भुगतते रहन और मैं बाहर बह के ते इन्हां दी मंजी ठोकता रवां। इस हद तक वो गलीज आदमी जिहड़ा इन्ना को बिगाड़ पैदा करके जाना चाहता है पाकिस्तान दे विच, इन्ने को हालात खराब करके जाना निकलना चाहता है इथों कि उहदे जान तो बाद कोई बंदा सुख दा साह ना लवे। इन्नी को अफरा तफरी वो पैदा करना चाह रहा है जो उन्हें अपने ज़हन च सोचिया। क्या ये वाकया हुंदा है या नहीं हुंदा? क्योंकि पाकिस्तान दी एजेंसियां और फोर्सेस बड़ियां स्ट्रांग ने, वो ये जिहड़े ये मकासद ने गंदे, वो मकासद कायम नहीं होण देणगियां। ये मैनूं पूरा यकीन है और मैनूं फखर है अपनी फौज ते भी और एजेंसियां ते भी कि वो ये गंदे जिहड़े मकासद ने वो कामयाब नहीं होण देणगे। लेकिन ये वो सोच रहा जो वो करना चाह रहा कि आखिरी दिनों दे विच मैं बिगाड़ पैदा कर देंगा, मैं 10 लाख बंदा लै आवांगा, मैं अग्गां ला देंगा, मैं जनाब डी चौक जाके ये ते तशद्दद ते फलां ते ये सारा कुछ सोच के बैठा। ये हुंदा है नहीं हुंदा, लेकिन ओदी ते सोच है ही। इस वास्ते ये अगले जिहड़े 2 हफ्ते 2.5 हफ्ते ने ये बहुत ज्यादा
पाकिस्तान वास्ते खतरात पैदा कर सकता है। और मैं अपील करना पाकिस्तान के अदारे अगे कि इसकी जबान बंद की जाए, ये टेप लाई जाए, ताकि ये कोई ऐसे वारदात ना कर जाए ਜਿਹੜੀਆਂ अगले 20 साल पाकिस्तान ਜਿਹੜਾ ਉਹ ਭੁਗਤਦਾ रहे और आवाम ਜਿਹੜੀ है ये भुगतती रहे।